औरत आ ਜਿਹੜੀ ਸਾਰੀ ਉਮਰ ਮਿਹਨਤ ਕਰਦੀ ਰਹੀ, ਆਪਣੇ ਵਾਸਤੇ ਨਹੀਂ, ਆਪਣੇ ਖਾਨਦਾਨ ਵਾਸਤੇ ਇੰਨੀ ਕੁ ਮਿਹਨਤ ਕੀਤੀ ਆ। ਇਕੱਲੀ ਹੋਣ ਦੇ ਬਾਵਜੂਦ ਇਹਨੇ ਮਿਹਨਤ ਕੀਤੀ ਆ। ਇਹਨੇ ਆਪਣੀ ਜ਼ਾਤ ਦਾ ਨਹੀਂ ਸੋਚਿਆ, ਇਹਨੇ ਆਪਣੀ ਜ਼ਿੰਦਗੀ ਦਾ ਨਹੀਂ ਸੋਚਿਆ। ਹਾਂ, ਉਹ ਵੀ ਪੈਦਲ। ਹੁਣ ਮੈਂ ਮਤਲਬ ਮੈਂ ਸੋਚਦੀ ਸੀ ਪਤਾ ਨਹੀਂ ਮੈਂ ਇਦਾਂ ਹੀ ਰਹਿਣਾ ਵਾ। ਮੈਂ ਉਹਦਾ ਵੀ ਕੰਮ ਕਰ, ਉਹਦੇ ਵੀ ਕੰਮ ਆ, ਉਹਦੇ ਵੀ ਕੰਮ ਆ, ਸਾਰੇ ਭੈਣਾਂ ਭਾਈਆਂ ਦੇ, ਸਾਰਿਆਂ ਦੇ ਬੱਚਿਆਂ ਦਾ। ਹੁਣ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਸਾਰੇ ਸਾਂਭਣਗੇ, ਲੇਕਿਨ ਜਦੋਂ ਮੈਨੂੰ ਜ਼ਰੂਰਤ ਪਈ ਉਦੋਂ ਕਿਸੇ अस्सलाम वालेकुम। वालेकुम अस्सलाम। ईमान क्या हाल है? शुक्र अल्लाह पाक दा, ਤੁਸੀਂ ਸੁਣਾਓ? अल्हम्दुलिल्लाह जी ठीक ठाक दुआवां। ਕੀ ਨਾਮ ਮੇਰੀ ਭੈਣ ਦਾ? जी मेरा नाम परवीन। ਪਰਵੀਨ। हाँ जी, ਕਿੱਥੋਂ ਆਏ ਜੀ? मैं जी ਇੱਥੇ ਸਮੁੰਦਰੀ ਦੇ ਨਾਲ ਹੀ ਗਾँव ਆ ਮੇਰਾ, ਕੋਟਾਂ ਅੱਛਾ ਕੋਟਾਂ ਦੇ ਰਹਿਣ ਵਾਲੀ ਆ। ਅੱਛਾ ਅੱਛਾ। हाँ जी, ਮੈਨੂੰ ਇੰਝ ਲੱਗਦਾ ਜਿਵੇਂ ਮੈਂ ਤੁਹਾਨੂੰ ਕਿਤੇ ਦੇਖਿਆ ਵਾ। हाँ जी ਇੱਥੇ ਮੈਂ ਰਹੀ ਹਾਂ ਜੀ ਸਮੁੰਦਰੀ 25-30 ਸਾਲ ਹੋ ਗਏ ਇਹਨਾਂ ਸੜਕਾਂ ਤੇ ਫਿਰਦੇ ਆ, ਮਿਹਨਤਾਂ ਮਜ਼ਦੂਰੀਆਂ ਕਰਦੇ ਆ। ਤੁਸੀਂ ਯਕੀਨਨ ਕਿਤੇ ਦੇਖਿਆ ਹੋਣਾ। ਮੈਂ ਵੀ ਆਪਣਾ ਮੇਰੀ ਮੈਮਰੀ ਪਿੱਛੇ ਜਾ ਰਹੀ ਸੀ, ਮੈਂ ਕਿਤੇ ਦੇਖਿਆ ਇਹਨਾਂ ਨੂੰ, ਪਤਾ ਨਹੀਂ ਮੈਨੂੰ ਮੈਂ ਕਿੱਥੇ ਦੇਖਿਆ ਵਾ। ਅੱਛਾ, ਲੇਕਿਨ ਤੁਸੀਂ ਇੱਥੇ ਸਮੁੰਦਰੀ ਦੇ ਵਿੱਚ ਹੀ? ਸਮੁੰਦਰੀ ਜੀ, ਹਾਂ ਜੀ ਇੱਥੇ ਹੀ ਆ ਜੀ, ਇੱਥੇ। ਅੱਛਾ, ਹਾਂ ਜੀ, ਹਾਂ ਆਪਣੇ ਵਾਲਦੈਨ ਦੇ ਘਰ ਹੁੰਨੀ ਆ। ਹਾਂ। ਅੰਮੀ ਆ ਅੱਬਾ ਜੀ ਫੌਤ ਹੋ ਗਏ ਸੀ 1991 ਚ, ਤੇ ਉਸ ਤੋਂ ਬਾਅਦ ਬਸ ਫਿਰ ਮੈਂ ਮਿਹਨਤ ਮਜ਼ਦੂਰੀ ਲੋਕਾਂ ਦੇ ਘਰਾਂ 'ਚ ਵੀ ਕੰਮ ਕੀਤਾ। ਹਾਂ ਜੀ, ਮੈਂ ਤਾਂ ਤੁਹਾਨੂੰ ਜਦੋਂ ਦੇਖਿਆ ਨਾ, ਹਾਂ ਜੀ, ਮੈਂ ਬੜੀ ਅੱਛੀ ਹਾਲਤ 'ਚ ਦੇਖਦੀ ਰਹੀ ਹਾਂ। ਮੈਨੂੰ ਸਾਰਾ ਉਹ ਨਕਸ਼ਾ ਯਾਦ ਆ ਰਿਹਾ ਵਾ। ਮੈਂ ਤੁਹਾਨੂੰ ਬੜੀ ਅੱਛੀ ਹਾਲਤ 'ਚ ਇਸ ਲਈ ਕਿ ਮੈਂ ਮਿਹਨਤ ਕਰਦੀ ਸੀ। ਅੱਛਾ। ਤੇ ਮੈਂ ਔਰ ਮਾਸ਼ਾਅੱਲਾ ਬੜੀ ਠਾਠ ਹੁੰਦੀ ਸੀ। ਹਾਂ ਜੀ, ਮੈਂ 16 ਸਾਲ ਕਿਸੇ ਵਿਲਾਇਤੀਆਂ ਦੇ ਘਰ 'ਚ ਕੰਮ ਕੀਤਾ ਪਹਿਲੇ। ਉਦੋਂ ਮੈਂ ਪੜ੍ਹਦੀ ਵੀ ਸੀ। ਅੱਛਾ। ਸਕੂਲ 'ਚ ਮੈਂ ਮੈਟ੍ਰਿਕ ਕੀਤਾ ਅੱਛਾ। ਤੇ 16 ਸਾਲ ਮੈਂ ਉਹਨਾਂ ਦੇ ਘਰ ਕੰਮ ਕੀਤਾ। ਅੱਛਾ। ਫਿਰ ਉਸ ਤੋਂ ਬਾਅਦ ਉਹ ਫਿਰ ਚਲੇ ਗਏ ਇੱਥੋਂ, ਘਰ ਘੁਰ ਵੇਚ ਕੇ ਚਲੇ ਗਏ। ਫਿਰ ਬਸ ਇਦਾਂ ਹੀ ਹਸਪੀਟਲ 'ਚ ਵੀ ਮੈਂ ਜੋਬ ਕਰਦੀ ਰਹੀ, ਫਿਰ ਕਿਸੇ ਮਿੱਲਾਂ 'ਚ ਕਿੱਦਾਂ ਇਦਾਂ ਫੈਸਲਾਬਾਦ, ਕਦੀ ਕਿਤੇ ਕਦੀ ਕਿਤੇ। ਮਤਲਬ ਉਦੋਂ ਤੋਂ ਹੁਣ ਤੱਕ ਦਾ ਸਫ਼ਰ ਜਿਹੜਾ ਨਾ ਇਦਾਂ ਮਿਹਨਤਾਂ 'ਚ ਹੀ ਗੁਜ਼ਰ। ਹਾਏ ਹਾਏ। ਲੇਕਿਨ ਉਹ ਜਿਹੜਾ ਸਫ਼ਰ ਸੀ, ਜਿਹੜਾ ਤੁਸੀਂ ਮਿਹਨਤ ਕਰਦੇ ਸੀ, ਹਾਲਾਤ ਤੁਹਾਡੇ ਅੱਛੇ ਸੀ। ਮੈਂ ਬੜੀ ਸ਼ਾਨ ਨਾਲ ਦੇਖਦੀ ਰਹੀ ਹਾਂ, ਬੜੀ ਠਾਠ ਨਾਲ ਦੇਖਦੀ ਰਹੀ ਹਾਂ ਤੁਹਾਨੂੰ। ਹੈ ਤੁਸੀਂ ਸ਼ਾਇਦ ਮੇਰੇ ਕੋਲ ਪਾਰਲਰ ਦੇ ਵਿੱਚ ਵੀ ਆਉਂਦੇ ਸੀ ਇੱਕ ਅੱਧੀ ਦਫਾ, ਉੱਥੇ ਵੀ ਆਏ ਜੇ ਤੁਸੀਂ। ਹੈ ਕੀ ਮਸਲਾ ਮੇਰੀ ਭੈਣ ਨਾਲ? ਹੈ ਬਸ ਉਦੋਂ ਮੈਂ ਜੌਬ ਕਰਦੀ ਸੀ ਨਾ, ਕੰਮ ਕਰਦੀ ਸੀ। ਤੇ ਹੁਣ ਮਤਲਬ ਮੇਰੇ ਆ ਗਈ ਉਮਰ ਜ਼ਿਆਦਾ, ਜਿੱਦਾਂ ਹੁੰਦੀ ਜਾਂਦੀ ਆ ਉਦਾਂ ਤਕਲੀਫਾਂ ਸ਼ੁਰੂ ਹੋ ਗਈਆਂ। ਹੁਣ ਇੱਥੇ ਆ ਕੇ ਸਹਾਰੇ ਦੀ ਵੀ ਜ਼ਰੂਰਤ ਹੁੰਦੀ ਆ। ਹੁਣ ਸਹਾਰਾ ਵੀ ਕੋਈ ਨਹੀਂ ਹੈਗਾ। ਅੱਛਾ, ਤੇ ਤੁਸੀਂ ਸ਼ਾਦੀ ਕਿਉਂ ਨਹੀਂ ਕੀਤੀ? ਜੀ ਬਸ ਨਿਕਾਹ ਹੋਇਆ ਸੀ, ਉਹਨਾਂ ਨੇ ਛੱਡ ਦਿੱਤਾ ਸੀ, ਲੈ ਕੇ ਨਹੀਂ ਗਏ ਸੀ। ਅੱਛਾ। ਹਾਂਜੀ। ਤਾਰਾ ਜੀ ਇਸ ਭੈਣ ਨੇ ਬਹੁਤ ਮਿਹਨਤ ਕੀਤੀ। ਹੁਣ ਕਿੱਥੇ ਰਹਿੰਦੇ ਤੁਸੀਂ? ਮਤਲਬ ਮੈਂ ਆਪਣੀ ਵਾਲਦਾ ਦੇ ਕੋਲ ਹਾਂ। ਵਾਲਦਾ ਦੇ ਕੋਲ ਜੀ? ਹਾਂਜੀ। ਅੱਛਾ। ਤੇ ਭਾਈ ਆ ਮੇਰੇ, ਇੱਕ ਭਾਈ ਦੇ ਨਾਲ ਵਾ। ਭਾਈ ਮਤਲਬ ਪੋਲੀਓ ਦੇ ਮਰੀਜ਼ ਆ, ਥੋੜੀ ਲੱਤ ਵੀ ਕਮਜ਼ੋਰ ਆ, ਬਾਜ਼ੂ ਵੀ ਕਮਜ਼ੋਰ ਆ। ਉਹ ਮੇਰੇ ਬੱਚੇ ਉਹਨਾਂ ਦੇ ਮਿਹਨਤ ਮਜ਼ਦੂਰੀ ਉਹ ਵੀ ਵਿਚਾਰੇ ਕਰਦੇ ਆ, ਲੇਕਿਨ ਮੈਂ ਸ਼ੁਰੂ ਤੋਂ ਹੀ ਭਾਈ ਦਾ ਵੀ ਬਥੇਰਾ ਸਾਥ ਦਿੱਤਾ। ਉਹ ਮਾੜੇ ਸੀਗੇ, ਉਹਨਾਂ ਦੇ ਬੱਚਿਆਂ ਦਾ ਵੀ, ਉਹ ਛੋਟੇ ਛੋਟੇ ਸੀ, ਬੱਚਾ ਬਿਮਾਰ ਹੋ ਗਿਆ, ਉਹਦੇ ਗੁਰਦੇ ਖਰਾਬ ਹੋ ਗਏ। 13 ਸਾਲ ਮੈਂ ਉਸ ਬੱਚੇ ਦਾ ਇਲਾਜ ਕਰਾਇਆ। ਅੱਛਾ। ਕਦੀ ਮੈਂ ਕਿਸੇ ਕੋ ਕਰਜ਼ਾ ਪੜ, ਕਦੀ ਕਿਸੇ ਕੋ ਕਰਜ਼ਾ ਪੜ। ਆਪਣੇ ਭਾਈ ਦੇ ਬੇਟੇ ਵਾਸਤੇ? ਬੇਟੇ ਵਾਸਤੇ। ਅੱਛਾ। ਫਿਰ ਉਹਦੀ ਬੇਟੀ ਬਿਮਾਰ ਹੋ ਗਈ। ਅੱਛਾ। ਉਹਦਾ 5 ਸਾਲ ਮੈਂ ਇਲਾਜ ਕਰਾਇਆ, ਉਹ ਬੇਟੀ ਫੌਤ ਹੋ ਗਈ। ਮਤਲਬ ਉਹ ਇਦਾਂ ਹੀ ਮਿਹਨਤਾਂ ਕਰਦੀ ਸੀ, ਕੁਛ ਲਾਈ ਗਈ, ਕੁਛ ਘਰ ਚਲਾਉਂਦੀ ਰਹੀ, ਕੁਛ ਕਰਜ਼ੇ ਲਾਈ ਗਈ, ਕੁਛ ਬੱਚਿਆਂ ਦੀਆਂ ਦਵਾਈਆਂ ਦੇ ਜਿਹੜੇ ਚੜੇ ਸੀਗੇ। ਮੈਂ ਵੀ ਇਸ ਗੱਲ ਦਾ ਸ਼ਾਹਦ ਹਾਂ ਕਿ ਮੈਂ 25 ਸਾਲ ਤੈਨੂੰ ਸਮੁੰਦਰੀ ਸੜਕਾਂ ਤੇ ਦੇਖਿਆ, ਔਰ ਉਹ ਤੂੰ ਇੱਕ ਅੱਛੀ ਜੌਬ ਕਰਦੀ ਸਾਂ ਹਸਪਤਾਲ ਦੇ ਵਿੱਚ, ਤੇਰੀ ਇੱਜ਼ਤ ਵੀ ਸੀ। ਇਹ ਮੁਸ਼ਕਲਾਂ ਕਦੋਂ ਸ਼ੁਰੂ ਹੋਈਆਂ? ਨਹੀਂ ਨਹੀਂ, ਰੋਣਾ ਨਹੀਂ। ਤਾਰਾ ਜੀ ਬਹੁਤ ਹੀ ਵਿੱਚ, ਕਿਉਂਕਿ ਇਹਦੀ ਸਾਰੀ ਜ਼ਿੰਦਗੀ ਜਦੋਜਹਿਦ ਗੁਜ਼ਰੀ, ਔਰ ਜਿਹਦਾ ਕੱਦ ਜਿਹੜਾ ਤਾਰਾ ਜੀ ਆਮ ਲੋਕਾਂ ਨਾਲ ਜ਼ਿਆਦਾ ਵਾ, ਬਹੁਤ ਜ਼ਿਆਦਾ, ਯਾਨੀ ਕਿ ਗੈਰ ਤੌਰ ਤੇ ਲੰਬਾ ਕੱਦ ਵਾ, ਜਿਹਦੀ ਵਜ੍ਹਾ ਤੋਂ ਇਹ ਹਰ ਪਾਸੇ ਲੋਕਾਂ ਨੂੰ ਨਜ਼ਰ ਆਉਂਦਾ। ਔਰ ਉਸ ਦੌਰ ਦੇ ਵਿੱਚ, ਇਸ ਮੁਆਸ਼ਰੇ ਵਿੱਚ
ਇਹਨੇ ਕਿਹੜੀ ਨਜ਼ਰਾਂ ਦਾ ਸਾਹਮਣਾ ਕੀਤਾ, ਕਿਹੜੇ ਲੋਕਾਂ ਦਾ ਨਿਸ਼ਾਨਾ ਅੱਖਾਂ ਦਾ ਨਿਸ਼ਾਨਾ ਬਣੀ, ਔਰ ਕਿੱਦਾਂ ਨੇ ਆਪਣੀ ਇੱਜ਼ਤ ਮਹਿਫੂਜ਼ ਰੱਖੀ। ਇਹ ਇਹਦੀ ਬਹਾਦਰੀ ਹੈ, ਲੇਕਿਨ ਕਿਸ ਦੁੱਖਾਂ 'ਚ ਗੁਜ਼ਰ ਗਈ। ਅੱਛਾ ਮੇਰੀ ਗੱਲ ਇਹ ਦੱਸੋ ਕਿ ਹੁਣ ਤੁਸੀਂ ਕਿਹੜੇ ਦੁੱਖਾਂ 'ਚੋਂ ਗੁਜ਼ਰਦੇ ਪਏ ਜੀ? ਹੁਣ ਕਿਸ ਤਰ੍ਹਾਂ ਤੁਹਾਡੇ ਵਾਸਤੇ ਆਸਾਨੀ ਹੋ ਹੁਣ ਮੈਂ ਮਤਲਬ ਮੈਂ ਸੋਚਦੀ ਸੀ ਪਤਾ ਨਹੀਂ ਮੈਂ ਇਦਾਂ ਹੀ ਰਹਿਣਾ ਵਾ। ਮੈਂ ਉਹਦਾ ਵੀ ਕੰਮ ਕਰ, ਉਹਦੇ ਵੀ ਕੰਮ ਆ, ਉਹਦੇ ਵੀ ਕੰਮ ਆ, ਸਾਰੇ ਭੈਣਾਂ ਭਾਈਆਂ ਦੇ, ਸਾਰਿਆਂ ਦੇ ਬੱਚਿਆਂ ਦਾ। ਹੁਣ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਸਾਰੇ ਸਾਂਭਣਗੇ, ਹਾਂ ਲੇਕਿਨ ਜਦੋਂ ਮੈਨੂੰ ਜ਼ਰੂਰਤ ਪਈ ਉਦੋਂ ਕਿਸੇ ਹਾਏ ਕਦੀ ਖੁਦ ਨੂੰ ਇਕੱਲਾ ਹੀ ਮਹਿਸੂਸ ਕੀਤਾ? ਇਹ ਉਹ ਔਰਤ ਆ ਜਿਹੜੀ ਸਾਰੀ ਉਮਰ ਮਿਹਨਤ ਕਰਦੀ ਰਹੀ, ਆਪਣੇ ਵਾਸਤੇ ਨਹੀਂ, ਆਪਣੇ ਖਾਨਦਾਨ ਵਾਸਤੇ ਇੰਨੀ ਕੁ ਮਿਹਨਤ ਕੀਤੀ ਆ। ਕੱਲੀ ਹੋਣ ਦੇ ਬਾਵਜੂਦ ਇਹਨੇ ਮਿਹਨਤ ਕੀਤੀ ਆ। ਇਹਨੇ ਆਪਣੀ ਜ਼ਾਤ ਦਾ ਨਹੀਂ ਸੋਚਿਆ, ਇਹਨੇ ਆਪਣੀ ਜ਼ਿੰਦਗੀ ਦਾ ਨਹੀਂ ਸੋਚਿਆ। ਸਾਰਾ ਜੀ ਪੈਦਲ। ਹਾਂ, ਉਹ ਵੀ ਪੈਦਲ। ਉਹ ਕਰਜ਼ਾ ਬਸ ਉਦੋਂ ਦਾ ਮੇਰੇ ਸਿਰ ਚੜਿਆ। ਮੇਰਾ ਕੋਈ ਹੁਣ ਮੈਨੂੰ ਰਾਹ ਨਹੀਂ ਨਜ਼ਰ ਆ ਰਹੀ ਕਿ ਮੈਂ ਕਿੱਦਾਂ ਕੋਈ ਲਾਵਾਂ। ਨਹੀਂ, ਅੱਲਾਹ ਪਾਕ ਨਿਕਾਲੇਗਾ। ਬਸ ਹੁਣ ਅਗਰ ਇੱਕ ਦਰਵਾਜ਼ਾ ਬੰਦ, 100 ਦਰਵਾਜ਼ੇ ਬੰਦ ਹੁੰਦੇ, ਅੱਲਾਹ ਪਾਕ ਇੱਕ ਦਰਵਾਜ਼ਾ ਖੋਲ੍ਹ ਦਿੰਦਾ। ਇੱਕ ਦਰਵਾਜ਼ਾ ਬੰਦ ਹੁੰਦੇ 100 ਦਰਵਾਜ਼ੇ ਖੁੱਲ ਜਾਂਦੇ ਨੇ। ਠੀਕ ਹੈ ਨਾ? ਅੱਲਾਹ ਪਾਕ ਤੇ ਭਰੋਸਾ ਰੱਖੋ, ਯਕੀਨ ਰੱਖੋ। ਵਕਤ ਬਦਲਦਿਆਂ ਪਤਾ ਹੀ ਨਹੀਂ ਲੱਗਦਾ ਹੈਗਾ ਭੈਣ। ਬਸ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਕਿਨੋਂ ਮੇਰੀ ਭੈਣ ਪੈਸੇ ਕਿਨੋਂ? ਪੰਦਰ 15,000 ਆ। ਇਹ ਮੇਰੇ ਉਸ ਭਾਈ ਦੀ ਤਰਫੋਂ ਆ, ਅਰਫਾਤ ਅਨਵਰ ਸਾਹਿਬ, ਉਹਨਾਂ ਦੀ ਤਰਫੋਂ ਆ। ਤੁਹਾਨੂੰ ਇੰਨੇ ਪੈਸੇ ਦਿੱਤੇ ਜਾ ਰਹੇ। ਲੇਕਿਨ ਭੇਜਿਆ ਮੈਂ ਰੱਬ ਦੀ ਜ਼ਾਤ। ਪਹਿਲੇ ਸਭ ਤੋਂ ਪਹਿਲੇ ਰੱਬ ਦੀ ਤੇ ਜ਼ਾਤ। ਕੋਈ ਆਸਾਨ ਨਹੀਂ। ਹਾਂ, ਫਿਰ ਉਹ ਭਾਈ ਅੱਲਾਹ ਪਾਕ ਉਹਨਾਂ ਸੇ ਉਹਨਾਂ ਨੂੰ ਜਜ਼ਾ ਦੇਵੇ, ਅੱਲਾਹ ਉਹਨਾਂ ਨੂੰ ਤੰਦਰੁਸਤੀ ਸੇ ਕਾਰੋਬਾਰ ਚ ਕਾਰੋਬਾਰ ਕਰਤਾ ਕਰੇ। ਬਾਕੀ ਰਹੀ ਦੁਕਾਨ, तो इंशाल्लाह मेरे रब ने चाहा तो बहुत जल्दी तुहानू ये छोटा जिन्ना कारोबार, इज्जत का कारोबार तुहानू तुहाडे दरवाजे च मिलेगा। किहदे तरफों तारा जी? है वो भी भाई अरफात उन्हां दे वालिद साहब वालों। उन्हां दे वालिद साहब सुलेमान साहब ने, अच्छा सुलेमान अनवर साहब अच्छा ਜਿਹੜੇ ਫੌਤ ਹੋ ਚੁੱਕੇ ਆ, अच्छा ਉਹਨਾਂ ਵੱਲੋਂ ਇਹਨਾਂ ਨੂੰ ਦੁਕਾਨ ਮੁਬਾਰਕ ਹੋਵੇ। हाँ ਥੈਂਕ ਯੂ ਜੀ, ਜਜ਼ਾਕੱਲਾ। ਅੱਲਾਹ ਪਾਕ ਉਹਨਾਂ ਨੂੰ ਵੀ ਜਜ਼ਾ ਦੇਵੇ, ਅੱਲਾਹ ਪਾਕ ਤੁਹਾਨੂੰ ਵੀ ਜਜ਼ਾ ਦੇਵੇ। ਤੇ ਮੁੰਡੇ ਜਾਣਗੇ ਉਸ ਘਰ ਦਾ ਵਿਜ਼ਿਟ ਕਰਨਗੇ, ਜਿੱਥੇ ਦੁਕਾਨ ਬਣਨੀ ਆ ਉੱਥੋਂ ਦਾ ਹਿਸਾਬ ਕਿਤਾਬ ਲਗਾ ਕੇ ਆਉਣਗੇ ਤੇ ਇਨਸ਼ਾਅੱਲਾ ਬਹੁਤ ਜਲਦੀ ਤੁਹਾਡੀ ਦੁਕਾਨ ਬਣ ਜਾਏਗੀ। ਠੀਕ ਹੈ? और दुकान भी तारा जी हाँ खाली या भर के? नहीं जी नहीं, वो अल्लाह पाक को पता। अच्छा। वो अल्लाह पाक को पता वा कि दुकान किस तरह मिलनी है। ਠੀਕ ਹੈ ਤੇ ਸ਼ੁਕਰ ਅੱਲਾਹ ਪਾਕ ਦਾ ਕਿ ਦੁਖੀ ਚਿਹਰਾ ਆਇਆ ਸੀ ਔਰ ਮੁਸਕਰਾ ਕੇ ਚਿਹਰਾ ਚੱਲਿਆ ਵਾ ਤੇ ਮੈਂ ਇਹੋ ਹੀ वाकई ਚਾਹੁੰਦੀ मुस्कुराहट आई थोड़ी? ਇਹ ਦੇਖੋ, ਇਹ ਆ ਹੌਸਲਾ, ਇਹ ਹੈ ਰਾਹ ਇਨਸਾਨੀਅਤ ਦਾ ਨਾਸਾ, ਇਹ ਹੈ ਰਾਹ ਇਨਸਾਨੀਅਤ ਆਸ ਉਮੀਦ। ਜਿਹੜੇ ਇੱਥੇ ਕੋਈ ਆਸ ਉਮੀਦ ਲੈ ਕੇ ਆਉਂਦੇ ਨੇ ਤੇ ਰਾਹ ਇਨਸਾਨੀਅਤ ਵੱਲੋਂ ਉਹ ਕਦੀ ਖਾਲੀ ਨਹੀਂ ਜਾਂਦਾ। ਤੇ ਅੱਲਾਹ ਪਾਕ ਤੁਹਾਡੀ ਜ਼ਿੰਦਗੀ ਤੰਦਰੁਸਤੀ ਰੱਖੇ ਤੇ ਇਨਸ਼ਾਅੱਲਾ ਬਹੁਤ ਜਲਦੀ ਤੁਹਾਨੂੰ मैं इस मौके ਤੇ ਥੋੜੀ ਜਿਹੀ ਗੱਲ ਕਰਾਂਗਾ ਤਾਰਾ ਜੀ। ਅੱਜ ਅਸੀਂ ਉਸ ਇੱਕ ਭੈਣ ਨੂੰ ਵੇਖਿਆ ਜਿਹਨੇ ਸਾਰੀ ਉਮਰ ਜਦੋਜਹਿਦ ਗੁਜ਼ਾਰੀ ਤੇ ਕਿਸੇ ਦੇ ਹੱਥ ਨਹੀਂ ਫੈਲਾਇਆ, ਤੇ ਉਹਦੀਆਂ ਅੱਖਾਂ 'ਚ ਆਂਸੂ ਜਿਹੜੇ ਆਏ ਨੇ, ਇਹ ਐਵੇਂ ਨਹੀਂ ਆਏ। ਤੇ ਦੇਖੋ ਰੱਬ ਦੇ ਰੰਗ। ਕਿ ਮੇਰੇ ਇੱਕ ਦੋਸਤ ਨੇ ਅਰਫਾਤ ਅਨਵਰ ਸਾਹਿਬ ਕੈਨੇਡਾ 'ਚ ਨੇ, ਉਹਨਾਂ ਆਖਿਆ ਸੀ ਕਿ ਹਕਮਾਦ ਮੇਰੇ ਪੈਸੇ, ਮੇਰੇ ਵਾਲਿਦ ਸਾਹਿਬ ਦੀ ਦੁਕਾਨ ਵਾਲੇ ਪੈਸੇ ਉਸ ਨੂੰ ਜਾਣ ਉਸ ਹੱਕਦਾਰ ਜਿਹੜਾ ਨੂੰ ਬਹੁਤ ਹੀ ਜਾਣ। ਹੱਕਦਾਰ ਹਾਂ, ਹੋਵੇ। ਬਿਲਕੁਲ ਤੇ ਅਸੀਂ ਇਸ ਤੋਂ ਜ਼ਿਆਦਾ ਹੱਕਦਾਰ ਨਹੀਂ ਨਹੀਂ ਦੇ। ਨਹੀਂ ਤੇ ਅੱਲਾਹ ਪਾਕ ਨੂੰ ਤੰਦਰੁਸਤੀ ਜ਼ਿੰਦਗੀ ਦੇਵੇ ਤੇ ਹਰ ਜਗ੍ਹਾ ਤਾਰਾ ਜੀ ਹੱਕ ਨਾਲ ਨਹੀਂ ਜਾ ਸਕੇ। ਆਪਣੀਆਂ ਇਹਨਾਂ ਭੈਣਾਂ ਨੂੰ, ਭਾਵੇਂ ਕੋਈ ਕੌਸਰ ਆ, ਭਾਵੇਂ ਕੋਈ ਰਸੀਨਾ ਵਾ, ਭਾਵੇਂ ਕੋਈ ਸ਼ਾਇਜ਼ਾ ਵਾ, ਭਾਵੇਂ ਕੋਈ ਵੀ ਆ, ਖੁਦਾ ਦਾ ਵਾਸਤਾ ਜੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਦੁੱਖ ਜਾਣਨ ਦੀ ਕੋਸ਼ਿਸ਼ ਕਰੋ। ਕਿਸ ਦੁੱਖ ਦੀ ਜ਼ਿੰਦਗੀ ਗੁਜ਼ਾਰਦੀਆਂ ਪਈਆਂ ਨੇ ਉਹ ਸਾਡੀਆਂ ਬੇਟੀਆਂ ਨੇ, ਭੈਣਾਂ ਨੇ। ਆਪਣੇ ਇਰਦ ਗਿਰਦ ਦੇਖੋ, ਉਹਨਾਂ ਦੇ ਘਰ ਜਾਓ, ਉਹਨਾਂ ਦੇ ਸਿਰ ਤੇ ਹੱਥ ਰੱਖੋ ਤਾਂ ਕਿ ਉਹ ਬਾਹਰ ਕਿਤੇ ਖੱਜਲ ਖਰਾਬ ਨਾ ਹੋਣ। ਤੇ ਖੁਦਾ ਦਾ ਵਾਸਤਾ ਜੇ ਬਾਹਰ ਨਿਕਲਿਆ ਕਰੋ ਤੇ ਅੱਲਾ ਦੀ ਮਖਲੂਕ ਨੂੰ ਰਾਜ਼ੀ ਕਰੋਗੇ ਤੇ ਖੁਦਾ ਤੁਹਾਨੂੰ ਰਾਜ਼ੀ ਕਰੇਗਾ। ਅੱਛਾ, ਹੁਣ ਮੈਂ ਕਹਿੰਦੀ ਹਾਂ ਕਿ ਮੇਰੀ ਭੈਣ ਕਿੰਨੀ ਕੁ ਖੁਸ਼ ਵਾ। ਉਸੇ ਖੁਸ਼ੀ ਦੇ ਵਿੱਚ ਸਾਹਮਣੇ ਕੈਮਰੇ ਵੱਲ ਦੇਖ ਕੇ ਕਹੋ ਕਿ ਰਾਹ ਇਨਸਾਨੀਅਤ ਚੈਨਲ ਨੂੰ ਲਾਈਕ ਕਰੇ, ਰਾਹੇ ਇਨਸਾਨੀਅਤ ਚੈਨਲ ਨੂੰ ਲਾਈਕ ਕਰੋ, सब्सक्राइब करो, सब्सक्राइब करो, शेयर करो शेयर करो और बेल और आइकन पे बेल आइकन पे क्लिक करें। बहुत शुक्रिया।